प्रथम तहलका न्यूज। कौन कहता है कि आसमान में सुराख हो नहीं सकता, एक पत्थर तो तबीयत से उछालो यारो। अंबाला की अमरजीत कौर नाम की एक महिला किसान ने हिम्मत और मेहनत का ऐसा पत्थर उछाला कि हर कोई देखता ही रह गया। ये कहानी सिर्फ एक हिम्मत की नहीं है बल्कि एक जज्बे की भी है, जिसने कि अपने भाई के पढ़ाई की खातिर खुद की खुशियों को कुर्बान किया और थाम लिया ट्रैक्टर का स्टीयरिंग। अंबाला की अमरजीत कौर लेडी फार्मर के नाम से जानी जाती है। उन्होंने भाई को पढ़ा लिखा कर एक सरकारी टीचर बना दिया और खुद आज भी अकेली 10 एकड़ की जमीन पर खेती करती हैं। लेकिन ये सब सुनने में आपको जितना आसान लग रहा है उतनी ही मुश्किल अमरजीत कौर के लिए खेती की राह थी। खुद उनके मुंह से ही सुनिए कि आखिर उन्होंने किस तरह के हालातों का सामना किया है। पिछले लगभग 15-16 साल तो खेती कर रही हैं और मैं खुद कर रही हूँ, मेरे ना कोई कम करने वाला नहीं हैगा। ਤੇ ਮੇਰੀ ਫੈਮਿਲੀ ਮੇਰੇ ਮੰਮੀ ਆ ਤੇ ਮੇਰੇ ਬ੍ਰਦਰ ਆ ਤੇ ਪੂਰੀ ਫੈਮਿਲੀ ਆ ਮੇਰੇ ਨਾਲ। ਤੇ ਮੈਂ ਇਹ ਸਿਚੁਏਸ਼ਨ ਉਦੋਂ ਪਈ ਜਦੋਂ ਮੈਂ ਬਹੁਤ ਛੋਟੀ ਏਜ ਸੀ, ਮੇਰੀ 15-16 ਸਾਲ ਦੇ ਲਗਭਗ। ਮੈਂ ਸਕੂਲ ਪਾਸ ਆਊਟ ਕੀਤਾ ਸੀਗਾ ਸੁਖਪਾਲ ਸੀਨੀਅਰ ਸੈਕੰਡਰੀ ਸਕੂਲ ਵਾਲੇ ਤੋਂ। ਤੇ ਮੈਂ ਜਿਵੇਂ ਹੀ ਕਾਲਜ ਵਿੱਚ ਐਂਟਰ ਕੀਤਾ ਤਾਂ ਸਾਡੇ ਘਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਉਹ ਇਹੋ ਜਿਹਾ ਟੁੱਟਾ ਕਿ ਮੈਂ ਅਗਰ ਮਤਲਬ ਕਿ ਇਹ ਸੋਚਿਆ ਕਿ ਬਹੁਤ ਛੋਟੀ ਏਜ ਆ, ਮੈਨੂੰ ਪਤਾ ਹੈ ਨਹੀਂ ਕੁਛ। ਤੇ ਕਿਉਂਕਿ ਪਿਤਾ ਜੀ ਜਿਹੜੇ ਸੀ ਮੇਰੇ खेती करते सी, खेती तो बिना साडा और कोई किता। कौर लेडी फार्मर के नाम से जानी जाती है। उनके इलाके में कोई ही ऐसा इंसान होगा जो इस बेटी के करिश्मे को ना जानता हो। अमरजीत कौर ने 17 साल की मासूम उम्र में उस समय ट्रैक्टर का स्टीयरिंग थाम लिया जब उनके पिता डिप्रेशन का शिकार हो चुके थे। पूरा घर खेती से ही चलता था। ऐसे में घर के इकलौते बेटे की पढ़ाई ना छूटे, अमरजीत कौर ने अपने बड़े भाई के लिए ये बलिदान दे दिया। उन्होंने खेती के साथ साथ अपनी पढ़ाई भी जारी रखी। अमरजीत ने पंजाबी में मास्टर डिग्री की है और साथ ही एग्रीकल्चर में डिप्लोमा भी किया है। पिछले लगभग 15-16 साल तो खेती कर रही हैं और मैं खुद कर रही हूँ, मेरे ना कोई कम करने वाला नहीं हैगा। ਤੇ ਮੇਰੀ ਫੈਮਿਲੀ ਮੇਰੇ ਮੰਮੀ ਆ ਤੇ ਮੇਰੇ ਬ੍ਰਦਰ ਆ ਤੇ ਪੂਰੀ ਫੈਮਿਲੀ ਆ ਮੇਰੇ ਨਾਲ। ਤੇ ਮੈਂ ਇਹ ਸਿਚੁਏਸ਼ਨ ਉਦੋਂ ਪਈ ਜਦੋਂ ਮੈਂ ਬਹੁਤ ਛੋਟੀ ਏਜ ਸੀ, ਮੇਰੀ 15-16 ਸਾਲ ਦੇ ਲਗਭਗ। ਮੈਂ ਸਕੂਲ ਪਾਸ ਆਊਟ ਕੀਤਾ ਸੀਗਾ ਸੁਖਪਾਲ ਸੀਨੀਅਰ ਸੈਕੰਡਰੀ ਸਕੂਲ ਵਾਲੇ ਤੋਂ। ਤੇ ਮੈਂ ਜਿਵੇਂ ਹੀ ਕਾਲਜ ਵਿੱਚ ਐਂਟਰ ਕੀਤਾ ਤਾਂ ਸਾਡੇ ਘਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਉਹ ਇਹੋ ਜਿਹਾ ਟੁੱਟਾ ਕਿ ਮੈਂ ਅਗਰ ਮਤਲਬ ਕਿ ਇਹ ਸੋਚਿਆ ਕਿ ਬਹੁਤ ਛੋਟੀ ਏਜ ਆ, ਮੈਨੂੰ ਪਤਾ ਹੈ ਨਹੀਂ ਕੁਛ। ਤੇ ਕਿਉਂਕਿ ਪਿਤਾ ਜੀ ਜਿਹੜੇ ਸੀ ਮੇਰੇ खेती ਕਰਦੇ ਸੀ, खेती ਤੋਂ ਬਿਨਾ ਸਾਡਾ ਹੋਰ ਕੋਈ ਕਿੱਤਾ ਨਹੀਂ ਸੀਗਾ। ਤੇ ਉਸ ਕਿੱਤੇ ਨੂੰ ਮੈਂ ਦੇਖਿਆ ਕਿ ਜਦੋਂ ਪਿਤਾ ਜੀ खेती ਕਰਦੇ ਆ, ਮੈਨੂੰ ਕਈਆਂ ਨੇ ਆਖਿਆ ਕਿ ਤੂੰ ਜੌਬ ਕਰ ਲਾ 5-7 ਹਜ਼ਾਰ ਦੇ ਵਿੱਚ। ਤੇ ਮੈਂ ਸੋਚਿਆ ਕਿ ਜੇ ਪਿਤਾ ਜੀ ਦੇ ਉੱਪਰ ਮਹੀਨੇ ਦਾ 2-3 ਲੱਖ ਰੁਪਈਆ ਲੱਗ ਰਿਹਾ, ਆਉਣਾ ਕਿੱਥੋਂ ਆ। ਚਲੋ खेती ਦੇ ਵਿੱਚ ਫਿਰ ਮੈਂ ਉਹਨੂੰ ਠੇਕੇ ਤੇ ਜ਼ਮੀਨ ਲਈ, ਕਿਉਂਕਿ ਪਾਪਾ ਲੈਂਦੇ ਸੀ, ਉਹਨੂੰ ਕੰਟੀਨਿਊ ਰੱਖਿਆ 4-5 ਸਾਲ। ਤੇ ਨਾਲ ਮੈਂ ਆਪਣੀ खेती ਕੀਤੀ। ਉਸ ਤੋਂ ਬਾਅਦ ਮੇਰੇ ਕੋਲ ਟਰੈਕਟਰ ਨਹੀਂ ਸੀਗਾ, ਮੈਂ ਉਹ ਵੀ ਕਿਤੋਂ ਪਰਚੇਜ਼ ਕੀਤਾ ਥੋੜ੍ਹੇ ਬਹੁਤ ਪੈਸੇ ਲਾ ਕੇ। ਤੇ ਜਿਹੜੀ ਮੇਰੇ ਕੋਲ ਟਰੋਲੀ ਨਹੀਂ ਸੀ, ਮੈਂ ਟਰੋਲੀ ਪਰਚੇਜ਼ ਕੀਤੀ ਮਿਹਨਤ ਕਰਕੇ। ਮੇਰੇ ਕੋਲ ਬੋਰ ਨਹੀਂ ਸੀਗਾ, ਪਾਣੀ ਨਹੀਂ ਸੀ, ਕਿਉਂਕਿ ਪੜੋਸੀਆਂ ਨੇ ਪਾਣੀ ਮੇਰੇ ਤੋਂ ਖੋਹ ਲਿਆ ਸੀਗਾ। ਤੇ ਮੈਂ ਫਿਰ ਬੋਰ ਵੀ ਆਪਣੀ ਮਿਹਨਤ ਨਾਲ ਕਰਾਇਆ। ਤੇ ਮਤਲਬ ਮੈਂ ਦਿਨ ਰਾਤ ਮਿਹਨਤ ਕੀਤੀ ਕਿ ਕੱਲ੍ਹ ਨੂੰ ਮੇਰੇ ਪਿਤਾ ਜੀ ਨੂੰ ਕੋਈ ਇਹ ਨਾ ਕਹਿ ਦੇਵੇ ਕਿ ਜਾਂ ਸਾਨੂੰ ਕੋਈ ਇਹ ਨਾ ਕਹਿ ਦੇਵੇ ਵੀ ਇਹਨਾਂ ਨੇ ਪਿਓ ਨਹੀਂ ਬਚਾਇਆ, ਜਾਂ ਫਿਰ ਕੋਈ ਇਹ ਨਾ ਕਹਿ ਦੇਵੇ ਕਿ ਇਹਨਾਂ ਨੇ ਆਪਣੇ ਜਿਹੜਾ ਪਰਿਵਾਰ ਆ ਇਹਨਾਂ ਦਾ ਰੁਲ ਗਿਆ ਉਹ। ਕਿਉਂਕਿ ਬਹੁਤ ਸਾਰੇ ਲੋਕੀ ਕਹਿੰਦੇ ਸੀ ਕਿ ਆਉਣ ਵਾਲੇ ਟਾਈਮ 'ਚ ਤੁਸੀਂ ਕਟੋਰਾ ਲੈ ਕੇ ਸੜਕ ਤੇ ਬੈਠੋਗੇ। ਪਰ ਮੈਂ ਜਦੋਂ ਸਾਡੇ ही घर ਦੇ ਵਿੱਚੋਂ ਕਿਸੇ ਨੇ ਗੱਲ ਕਹੀ ਤਾਂ मैं एक चीज़ ठान ली सी कि ਹੁਣ ਤਾਂ करके। अमरजीत कौर की माने तो उन्होंने खेती शुरू की तो इस बारे में उन्हें कोई ज्ञान नहीं था। वे अक्सर लोगों से पूछ कर काम किया करती थी और कहीं न कहीं लोग मजाक भी समझते थे कि आखिर एक लड़की खेती कैसे कर पाएगी। लेकिन उन्होंने हिम्मत नहीं हारी और आज किसान उनसे खेती की राय लेते हैं। कुछ ਇਹੋ ਜਿਹੇ ਲੋਕ ਸੀਗੇ ਜਿਹੜੇ ਕਿ ਮੈਂ ਉਹਨਾਂ ਨੂੰ ਪੁੱਛਦੀ ਸੀ, ਕਿਉਂਕਿ ਉਸ ਟਾਈਮ ਮੇਰੇ ਕੋਲ ਮੈਨੂੰ ਐਕਸਪੀਰੀਅੰਸ ਨਹੀਂ ਸੀ, ਮੈਨੂੰ ਨਹੀਂ ਪਤਾ ਸੀ खेती ਕਿਵੇਂ ਹੁੰਦੀ ਆ। ਤਾਂ ਮੈਂ ਬੜੇ ਲੋਕਾਂ ਨੂੰ ਪੁੱਛਣਾ ਵੀ ਇਹਨੂੰ ਕਿਵੇਂ ਕਰਨਾ। ਕੁਛ ਲੋਕਾਂ ਨੇ ਤਾਂ ਸਹੀ ਸਲਾਹ ਦੇਣੀ ਨਹੀਂ, ਪਰ ਉਸ ਤੋਂ ਜ਼ਿਆਦਾ ਲੋਕਾਂ ਨੇ ਤਾਂ ਮੈਨੂੰ ਗਲਤੀ ਦੱਸਣਾ। ਤਾਂ ਇੱਕ ਫਸਲ ਨੂੰ ਮੈਂ 2-2 3-3 ਵਾਰੀ ਵੀ ਆਪਣੇ ਖੇਤ 'ਚ ਲਾਇਆ, ਕਿਉਂਕਿ ਗੰਨਾ ਲਾਉਣਾ ਸੀਗਾ, ਕਿੰਨੇ ਇੰਚ 'ਤੇ ਰੱਖਣਾ, ਕਿਵੇਂ ਲਾਉਣਾ ਮੈਨੂੰ ਨਹੀਂ ਪਤਾ ਸੀਗਾ। ਜੀਰੀ ਲਾਉਣੀ ਆ, ਉਹਨੂੰ ਪੌਦ ਕਿਵੇਂ ਤਿਆਰ ਕਰੀ ਦੀ ਮੈਨੂੰ ਕੁਛ ਨਹੀਂ ਪਤਾ ਸੀ। ਮੈਂ ਐਵੇਂ ਮਤਲਬ ਕਿ ਸੁੱਕੇ ਵਿੱਚ ਸੁੱਟ ਦੇਣਾ। ਮਤਲਬ ਮੈਨੂੰ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਸੀਗੀ ਇਸ ਚੀਜ਼ ਦੀ। ਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਬ੍ਰਦਰ ਦੀ ਸਟੱਡੀ ਨੂੰ ਕੰਟੀਨਿਊ ਰੱਖਣ ਵਾਸਤੇ ਮੈਂ ਦਿਨ ਰਾਤ ਮਿਹਨਤ ਕੀਤੀ। ਮੈਂ ਕੋਈ ਹੈਲਪਰ ਨਹੀਂ ਰੱਖਿਆ ਨਾਲ ਕਿ ਹਾਂ ਵੀ ਮੇਰੇ ਨਾਲ ਕੋਈ ਕੰਮ ਕਰਾਵੇ, ਕਿਉਂਕਿ ਮੈਨੂੰ ਇਹ ਸੀਗਾ ਕਿ ਜਿਹੜੇ ਮੈਂ ਹੈਲਪਰ ਨੂੰ ਪੈਸੇ ਦੇਣੇ ਉਹ ਮੈਂ ਬਚਾਊਂਗੀ, ਇਹ ਮੇਰੇ खेती 'ਚ ਲੱਗਣਗੇ ਜਾਂ ਫਿਰ ਮੇਰੇ ਪਿਤਾ ਜੀ ਦੀ ਇਲਾਜ ਦੇ ਉੱਪਰ ਲੱਗਣਗੇ।
ਮੈਨੂੰ ਗਵਰਨਮੈਂਟ ਤੋਂ ਕਾਫੀ ਉਮੀਦ ਸੀ ਕਿ ਜਿਵੇਂ ਮੈਂ ਹਰਿਆਣੇ ਦੇ ਵਿੱਚ ਪਹਿਲੀ ਕੁੜੀ ਹਾਂ ਜਿਹੜੀ ਕਿ ਸ਼ੂਗਰ ਮਿਲ ਦੇ ਵਿੱਚ ਗੰਨਾ ਖੁਦ ਲੈ ਕੇ ਜਾਂਦੀ ਹਾਂ ਔਰ ਨਾਲ ਦੀ ਨਾਲ ਮੈਂ ਖੇਤੀ ਵੀ ਖੁਦ ਕਰਦੀ ਹਾਂ, ਮੈਂ ਕਿਸੇ ਦੀ ਹੈਲਪ ਨਹੀਂ ਲੈਂਦੀ ਔਰ ਮੈਂ ਲਗਭਗ 90% ਆਪਣੀ ਬਾਇਓ ਤੇ ਨਾਲ ਖੇਤੀ ਕਰਦੀ ਹਾਂ, मतलब केमिकल बहुत घट यूज करती हैं मैं जिथे जरूरत हो। अपनी बेटी की इस कामयाबी पर मां की आंखों में खुशी अलग ही नजर आती है। उनका कहना है कि छोटी उम्र में ही बेटी के कंधों पर बड़ी जिम्मेवारी आ गई, लेकिन उनकी बेटी ने इसे बखूबी निभाया है। +2 करके मुड़ के ਇਹਨੂੰ ਵਿਚਾਰੀ ਨੂੰ ਖੇਤੀ ਦਾ ਕੰਮ ਸ਼ੁਰੂ ਕੀਤਾ। ਕਹਿਣ ਲੱਗੀ ਮੰਮੀ ਆਪਾਂ ਨਾ ਮੈਂ ਵੀ ਕਈ ਵਾਰੀ ਰੋਟੀ ਨਾ ਖਾਣੀ ਨਾ ਸੌਂ ਜਾਣਾ ਤੇ ਇਹਦਾ ਪਾਪਾ ਵੀ ਬਹੁਤ ਜ਼ਿਆਦਾ ਬਿਮਾਰ ਸੀ। ਉਹਨਾਂ ਨੇ ਕਿਹਾ ਵੀ ਕਿਨ ਲੈਦਾ ਇਹ ਕਹਿੰਦੀ ਆਂਦੀ ਮੰਮੀ ਤੂੰ ਰੋਇਆ ਨਾ ਕਰ ਤੇ ਆਪਾਂ ਆਪਣਾ ਕੰਮ ਆਪੇ ਸੰਭਾਲਾਂਗੇ ਤੇ ਮੈਂ ਵੀ ਆਉਣਾ ਇਹਨੇ ਵੀ ਆਉਣਾ, ਅਸੀਂ ਦੋਵਾਂ ਮਾਵਾਂ ਧੀਆਂ ਨੇ ਬਸ ਖੇਤਾਂ 'ਚ ਕੰਮ ਕਰਨੇ। ਕੰਮ ਕਰਕੇ ਤੇ ਆਪਣੀ ਰੋਟੀ ਦਾ ਸਾਧਨ ਬਣਾਇਆ ਤੇ ਟਾਈਮ ਪਾਸ ਕਰਦੇ ਰਹੇ। ਚਲੋ ਅੱਜ ਹੋਰ ਕੱਲ ਹੋਰ ਮੇਰੀ बेटी ने बहुत ਕੰਮ भी चढ़ा लिया। और मैंने ऐसा लगता है मेरी बेटी बेटियों से वाद है। एक महिला किसान अमरजीत कौर के जज्बे की कहानी को जानकर एक शायरी याद आती है कि मुश्किलें भी इंसान को देखकर असर दिखाती है, किसी को मजबूर तो किसी को मजबूत बनाती है। अमरजीत कौर ने जिस तरह से मुश्किलों का सामना किया और अपने हालातों को बेहतर बनाया, वो हर एक के लिए प्रेरणा देती है। प्रथम तहलका के लिए अम्बाला से ब्यूरो रिपोर्ट।